ਨਸ਼ਾ ਤਸਕਰਾਂ ਤੇ ਸਖਤੀ ਦੇ ਮੂਡ ਦੇ ਵਿੱਚ ਮਾਨ ਸਰਕਾਰ ਸਮਗਲਰਾਂ ਦੀ ਜਾਇਦਾਦ ਹੋਵੇਗੀ ਅਟੈਚ। ਗੰਭੀਰ ਮਾਮਲਿਆਂ ਦੇ ਵਿੱਚ ਜਾਇਦਾਦ ਕੁਰਕ ਕਰਨ ਦੇ ਉੱਤੇ ਵੀ ਵਿਚਾਰ। ਪੰਜਾਬ 'ਚ ਜਲਦ ਲਾਗੂ ਹੋਵੇਗੀ ਨਵੀਂ ਖੇਤੀਬਾੜੀ ਨੀਤੀ। ਮੁੱਖ ਮੰਤਰੀ ਭਗਵੰਤ ਮਾਨ ਬੋਲੇ, ਮਾਹਰਾਂ ਤੇ ਕਿਸਾਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਹੀ ਲਿਆਵਾਂਗੇ ਨਵੀਂ ਪਾਲਿਸੀ। ਰਾਜਪੁਰਾ ਦੇ ਸ਼ੰਭੂ ਬੈਰੀਅਰ ਦੇ ਉੱਤੇ ਇੱਕ ਪਾਸੇ ਤੋਂ ਹਟਿਆ ਧਰਨਾ। ਪ੍ਰਸ਼ਾਸਨ ਦੀ ਟਰੱਕ ਆਪਰੇਟਰਾਂ ਦੇ ਨਾਲ ਮੀਟਿੰਗ ਦੇ ਵਿੱਚ ਬਣੀ ਸਹਿਮਤੀ। ਰਾਜਪੁਰਾ ਤੋਂ ਅੰਮ੍ਰਿਤਸਰ ਜਾਣ ਵਾਲਾ ਰਸਤਾ ਖੁੱਲਿਆ, ਪਰ ਹਰਿਆਣਾ ਜਾਣ ਵਾਲਿਆਂ ਦੇ ਲਈ ਪਰੇਸ਼ਾਨੀ ਬਰਕਰਾਰ। ਦਿੱਲੀ ਦਰਿੰਦਗੀ ਮਾਮਲੇ ਦੇ ਵਿੱਚ ਇੱਕ ਹੋਰ ਸੀਸੀਟੀਵੀ ਆਈ ਸਾਹਮਣੇ। ਹੋਟਲ ਦੇ ਬਾਹਰ ਦੋਸਤ ਦੇ ਨਾਲ ਹੋਇਆ ਸੀ ਲੜਕੀ ਦਾ ਝਗੜਾ। ਹੱਥੋਂ-ਪਾਈ ਦੀ ਵੀ ਹੋਈ ਕੋਸ਼ਿਸ਼। ਉਸ ਤੋਂ ਬਾਅਦ ਦੋਵੇਂ ਇੱਕ ਹੀ ਸਕੂਟੀ ਤੇ ਹੋਟਲ ਤੋਂ ਹੋਈਆਂ ਸਨ ਰਵਾਨਾ। ਛੇੜਛਾੜ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਨੇ ਚੰਡੀਗੜ੍ਹ ਦੇ ਪੁਲਿਸ ਥਾਣੇ 'ਚ ਦਰਜ ਕਰਵਾਏ ਬਿਆਨ। ਹਰਿਆਣਾ ਦੇ ਸੀਐਮ ਮਨੋਹਰ ਲਾਲ ਬੋਲੇ, ਨਿਰਪੱਖ ਤਰੀਕੇ ਨਾਲ ਕਰ ਰਹੇ ਹਾਂ ਜਾਂਚ, ਇਸ ਲਈ ਸੰਦੀਪ ਸਿੰਘ ਨੂੰ ਅਹੁਦੇ ਤੋਂ ਵੀ ਹਟਾਇਆ। ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਵਿਜੀਲੈਂਸ ਜਾਂਚ ਦੀਆਂ ਖਬਰਾਂ ਦਾ ਕੀਤਾ ਖੰਡਨ। ਬੋਲੇ, ਮੇਰੇ ਖਿਲਾਫ ਨਹੀਂ ਚੱਲ ਰਿਹਾ ਕੋਈ ਜਾਂਚ ਦਾ ਮਾਮਲਾ, ਕੀਤਾ ਜਾ ਰਿਹਾ ਗਲਤ ਪ੍ਰਚਾਰ। ਸਾਬਕਾ ਮੰਤਰੀ ਆਸ਼ੂ ਦੇ ਪੀਏ ਦੇ ਹੱਕ ਦੇ ਵਿੱਚ ਉਤਰੇ ਐਮਪੀ ਰਵਨੀਤ ਬਿੱਟੂ। ਵਿਜੀਲੈਂਸ ਤੇ ਇੰਦਰਜੀਤ ਇੰਦੀ ਦੇ ਨਾਲ ਕੁੱਟਮਾਰ ਕਰਨ ਦੇ ਲਗਾਏ ਇਲਜ਼ਾਮ, ਕਰੰਟ ਤੱਕ ਲਗਾਏ ਜਾਣ ਦੀ ਵੀ ਕਹੀ ਗੱਲ। ਵਿਜੀਲੈਂਸ ਨੇ ਇਲਜ਼ਾਮ ਨਕਾਰੇ। ਹਰਿਆਣਾ ਕਾਂਗਰਸ ਦੇ ਵਿੱਚ ਨਵੀਂ ਬਗਾਵਤ। ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਕਿਰਨ ਚੌਧਰੀ ਦਾ ਬਿਆਨ, ਪਾਰਟੀ ਦੇ ਵਿੱਚ ਨਹੀਂ ਹੋਣ ਦਵਾਂਗੀ ਇੱਕ ਤਰਫਾ ਫੈਸਲੇ, ਨਹੀਂ ਚੱਲੇ ਇਕੱਠੇ ਤਾਂ ਭੁਗਤਣਾ ਹੋਵੇਗਾ ਖਾਮਿਆਜ਼ਾ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਔਰ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਦਿੱਲੀ ਵਾਲੇ ਮਾਮਲੇ ਦੀ। ਦਿੱਲੀ ਦੇ ਕੰਜਾਵਲਾ ਕਾਂਡ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਤੇ ਵੱਡਾ ਖੁਲਾਸਾ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਹੋਇਆ ਹੈ। ਵੱਡੀ ਖਬਰ ਦੇ ਨਾਲ ਹੀ ਸ਼ੁਰੂਆਤ ਹੈ। ਪੋਸਟਮਾਰਟਮ ਰਿਪੋਰਟ ਦੇ ਵਿੱਚ ਰੇਪ ਦੀ ਤਸਦੀਕ ਲੜਕੀ ਦੇ ਨਾਲ ਨਹੀਂ ਹੋਈ ਹੈ। ਗੰਭੀਰ ਸੱਟਾਂ ਦੀ ਵਜ੍ਹਾ ਦੇ ਨਾਲ ਮੌਤ ਹੋਈ ਹੈ। ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ 5 ਮੁਲਜ਼ਮਾਂ ਦੇ ਉੱਤੇ ਇਲਜ਼ਾਮ ਹੈ ਕਿ ਗੱਡੀ ਦੇ ਨਾਲ ਘੜੀਸਿਆ ਉਸ ਲੜਕੀ ਨੂੰ, 10 ਤੋਂ 12 ਕਿਲੋਮੀਟਰ ਤੱਕ ਘੜੀਸਿਆ ਗਿਆ। ਬਹੁਤ ਦਰਦਨਾਕ ਮੌਤ ਉਸ ਲੜਕੀ ਦੀ ਹੋਈ ਹੈ। ਪਰ ਇਸ ਸਭ ਦੇ ਵਿੱਚ ਵਾਲੇ ਇਹ ਵੀ ਇਲਜ਼ਾਮ ਜਾਂ ਕਹੀਏ ਕਿ ਜਾਂਚ ਦਾ ਵਿਸ਼ਾ ਜ਼ਰੂਰ ਸੀ ਕਿ ਲੜਕੀ ਨੂੰ ਐਕਸੀਡੈਂਟ ਤੋਂ ਬਾਅਦ ਘੜੀਸਿਆ ਗਿਆ ਜਾਂ ਫਿਰ ਲੜਕੀ ਦਾ ਕਤਲ ਕੀਤਾ ਗਿਆ। ਖੈਰ ਪੋਸਟਮਾਰਟਮ ਹੋਇਆ ਤੇ ਉਸ ਦੇ ਵਿੱਚ ਜੋ ਪੁਲਿਸ ਜਾਣਕਾਰੀ ਦੇ ਰਹੀ ਹੈ ਕਿ ਰੇਪ ਦੀ ਤਸਦੀਕ ਨਹੀਂ ਹੋਈ ਹੈ। ਰੇਪ ਯਾਨੀ ਕਿ ਬਲਾਤਕਾਰ ਉਸ ਲੜਕੀ ਦੇ ਨਾਲ ਮੌਤ ਤੋਂ ਪਹਿਲਾਂ ਨਹੀਂ ਹੋਇਆ। ਤਾਂ ਇੱਕ ਐਕਸੀਡੈਂਟ ਦੇ ਕੇਸ ਦੇ ਤੌਰ ਦੇ ਉੱਤੇ ਵੀ ਪੁਲਿਸ ਇਸ ਪੂਰੀ ਥਿਊਰੀ ਦੇ ਉੱਤੇ ਕੰਮ ਕਰ ਰਹੀ ਹੈ। ਦਿੱਲੀ ਦੇ ਕੰਜਾਵਲਾ ਕਾਂਡ ਦੇ ਵਿੱਚ ਨਵੇਂ ਸਾਲ ਦੀ ਰਾਤ ਨੂੰ ਕਰੀਬ 3 ਵਜੇ ਯਾਨੀ ਕਿ 1 ਜਨਵਰੀ ਸਵੇਰੇ ਕਰੀਬ 3 ਵਜੇ ਪੂਰੀ ਘਟਨਾ ਵਾਪਰਦੀ ਹੈ, ਜਿੱਥੇ ਇੱਕ ਲੜਕੀ ਇੱਕ ਕਾਰ ਦੀ ਲਪੇਟ ਦੇ ਵਿੱਚ ਆਉਂਦੀ ਹੈ ਤੇ ਉਹ ਕਾਰ ਉਸ ਨੂੰ 10 ਤੋਂ 12 ਕਿਲੋਮੀਟਰ ਤੱਕ ਘੜੀਸਦੀ ਹੋਈ ਲੈ ਜਾਂਦੀ ਹੈ। ਲੜਕੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਜਦੋਂ ਤੱਕ ਪਤਾ ਲੱਗਿਆ ਤੇ ਉਸ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਸੀਸੀਟੀਵੀ ਵੀ ਵੱਖ-ਵੱਖ ਥਾਵਾਂ ਤੋਂ ਸਾਹਮਣੇ ਆਈਆਂ ਨੇ। ਪਰ ਇਸ ਸਭ ਦੇ ਵਿੱਚ ਵਾਲੇ ਕਿਉਂਕਿ ਇਹ ਇਲਜ਼ਾਮ ਜਾਂ ਕਹੀਏ ਕਿ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਲੜਕੀ ਦਾ ਮਰਡਰ ਤਾਂ ਨਹੀਂ ਕੀਤਾ ਗਿਆ। ਖੈਰ ਮਰਡਰ ਹੋਇਆ ਨਹੀਂ ਹੋਇਆ ਜਾਂਚ ਦਾ ਵਿਸ਼ਾ ਜ਼ਰੂਰ ਹੈ, ਪਰ ਜੋ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਹੁਣ ਖੁਲਾਸਾ ਪੁਲਿਸ ਕਰ ਰਹੀ ਹੈ ਕਿ ਲੜਕੀ ਦੇ ਨਾਲ ਬਲਾਤਕਾਰ ਦੀ ਜਿਹੜੀ ਕੋਈ ਪੁਸ਼ਟੀ ਨਹੀਂ ਹੋਈ ਹੈ, ਯਾਨੀ ਕਿ ਰੇਪ ਲੜਕੀ ਦੇ ਨਾਲ ਨਹੀਂ ਹੋਇਆ ਤੇ ਸੱਟਾਂ ਗੰਭੀਰ ਸੱਟਾਂ ਲੱਗੀਆਂ ਉਸ ਦੀ ਵਜ੍ਹਾ ਦੇ ਨਾਲ ਹੀ ਮੌਤ ਹੋਈ ਹੈ। ਹਾਲਾਂਕਿ ਜਿਸ ਤਰੀਕੇ ਨਾਲ ਸੱਟਾਂ ਲੱਗੀਆਂ ਉਹ ਬਹੁਤ ਹੀ ਦਰਦਨਾਕ ਕੁਝ ਤਸਵੀਰਾਂ ਸਾਹਮਣੇ ਆਈਆਂ ਸੀ ਉਸ ਲੜਕੀ ਦੀ ਬੋਡੀ ਦੀਆਂ, ਤਾਂ ਉਹ ਤਾਂ ਹਿਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਸੀ। ਸੱਟਾਂ ਦਾ ਜ਼ਿਕਰ ਹੋ ਰਿਹਾ ਪਰ ਇੰਨੀ ਬੁਰੀ ਤਰੀਕੇ ਨਾਲ ਸੱਟਾਂ ਲੱਗੀਆਂ ਨੇ ਕਿ ਉੱਥੋਂ ਬਚ ਪਾਣਾ ਕਿਸੇ ਦਾ ਵੀ ਮੁਮਕਿਨ ਹੀ ਨਹੀਂ ਸੀ। ਲੜਕੀ ਦੀ ਮੌਤ ਹੋਈ ਹੈ। ਪੋਸਟਮਾਰਟਮ ਰਿਪੋर्ट ਦੇ ਵਿੱਚ ਇਹ ਖੁਲਾਸਾ ਹੋਇਆ ਕਿ रेप नहीं होया। एग्जामिनेशन किया था और आज उस पोस्टमार्टम एग्जामिनेशन की प्रोविजनल रिपोर्ट हमें मिली है। प्रोविजनल रिपोर्ट के आधार पर जो डेथ है वो एंटीमॉर्टम इंजरीज की वजह से हुई है, जिसमें शॉक एंड हेमरेज उसका मेन कारण है। और जो ये डेथ है ये जो ड्रैगिंग है बॉडी की उसकी वजह से हुई है। इसके अलावा पोस्टमार्टम एग्जामिनेशन में जो बॉडी का एग्जामिनेशन होता है उसके आधार पर कोई ऐसी इंजरी नहीं है जो ये सजेस्ट करती हो कि कोई सेक्सुअल असॉल्ट हुआ है। पोस्टमार्टम की फाइनल रिपोर्ट अभी हमें मिलेगी ड्यू कोर्स में और अभी इस केस में फर्दर इन्वेस्टिगेशन जारी है।
ਤਾਂ ਪੁਲਿਸ ਕਹਿ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਅੱਗੇ ਵਧਾਈ ਜਾ ਰਹੀ ਹੈ। ਜਿਹੜੀਆਂ ਤਸਵੀਰਾਂ ਤੁਸੀਂ ਐਂਬੂਲੈਂਸ ਦੀਆਂ ਦੇਖ ਰਹੇ ਸੀ, ਉਹ ਤਸਵੀਰਾਂ ਨੇ ਜਦੋਂ ਲੜਕੀ ਦੀ ਮ੍ਰਿਤਕ ਦੇਹ ਉਹਨਾਂ ਦੇ ਘਰ ਪਹੁੰਚੀ ਹੈ, ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਇਸ ਵਿਚਾਲੇ ਵੀ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤੇ ਨਾਲ ਹੀ 10 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਵੀ ਐਲਾਨ ਦਿੱਲੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਉਸ ਦਾ ਰੁਖ ਕਰਦੇ ਹਾਂ। ਦਿੱਲੀ ਦਰਿੰਦਗੀ ਮਾਮਲੇ ਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਜਿਸ ਹੋਟਲ ਦੇ ਵਿੱਚੋਂ ਜਿਸ ਥਾਂ ਤੋਂ ਨਿਕਲੀਆਂ ਸੀ ਕੁੜੀਆਂ, ਜਿਸ ਪੀੜਤਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸਦੀ ਜਿਹੜੀ ਨਾਲ ਦੀ ਕੁੜੀ ਆ ਉਹ ਵੀ ਇਸ ਤਸਵੀਰਾਂ ਦੇ ਵਿੱਚ ਨਜ਼ਰ ਆਈ ਹੈ। ਸਕਰੀਨ ਦੇ ਉੱਤੇ ਤੁਹਾਨੂੰ ਦਿਖਾਵਾਂਗੇ। ਮਾਮਲੇ 'ਚ ਇੱਕ ਹੋਰ ਸੀਸੀਟੀਵੀ ਸਾਹਮਣੇ ਆਈ ਹੈ। ਹੋਟਲ ਦੇ ਬਾਹਰ ਦੋਸਤ ਦੇ ਨਾਲ ਉਸ ਲੜਕੀ ਦਾ ਉਸ ਰਾਤ ਝਗੜਾ ਵੀ ਹੁੰਦਾ ਹੈ। ਦੋਵੇਂ ਕੁੜੀਆਂ ਦੇ ਵਿਚਾਲੇ ਹੱਥੋਂ ਪਾਈ ਵੀ ਹੋਈ। ਉਸ ਤੋਂ ਬਾਅਦ ਦੋਵੇਂ ਇੱਕ ਹੀ ਸਕੂਟੀ ਦੇ ਉੱਤੇ ਹੋਟਲ ਤੋਂ ਰਵਾਨਾ ਹੋਈਆਂ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਰਾਤ ਕਰੀਬ 1:30 ਵਜੇ ਦੱਸੀ ਜਾ ਰਹੀ ਹੈ, ਯਾਨੀ ਕਿ ਨਵਾਂ ਸਾਲ ਉਸ ਸਮੇਂ ਤੱਕ ਚੜ ਚੁੱਕਿਆ ਸੀ ਔਰ 1:30 ਵਜੇ ਦੇ ਕਰੀਬ ਇਹ ਘਟਨਾ ਸੀਸੀਟੀਵੀ ਦੇ ਵਿੱਚ ਜਿਹੜੀ ਰਿਕਾਰਡ ਹੋਈ ਹੈ। ਉਸ ਤੋਂ ਬਾਅਦ ਇਹ ਐਕਸੀਡੈਂਟ ਜਾਂ ਫਿਰ ਜੋ ਪੂਰਾ ਘਟਨਾਕ੍ਰਮ ਉੱਥੇ ਵਾਪਰਿਆ ਕੰਝਾਵਲਾ ਦੇ ਵਿੱਚ, ਦਿੱਲੀ ਦੇ ਵਿੱਚ, ਤੇ ਉਸ ਲੜਕੀ ਦੀ ਮੌਤ ਹੋ ਗਈ, ਦਰਦਨਾਕ ਮੌਤ ਹੋਈ ਹੈ। ਖੈਰ ਹੁਣ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖਿਰ ਆਪਣੀ ਦੋਸਤ ਦੇ ਨਾਲ ਪੀੜਤ ਲੜਕੀ ਦੀ ਬਹਿਸ ਕਿਸ ਗੱਲ ਤੋਂ ਹੋਈ, ਕਿਉਂਕਿ ਸੀਸੀਟੀਵੀ ਦੇ ਵਿੱਚ ਨਜ਼ਰ ਆਉਂਦਾ ਕਿ ਦੋਵਾਂ ਦੇ ਵਿਚਾਲੇ ਕੋਈ ਗੱਲਬਾਤ ਹੋ ਰਹੀ ਹੈ, ਗੱਲ ਹੱਥੋਂ ਪਾਈ ਤੱਕ ਵੀ ਪਹੁੰਚਦੀ ਹੈ, ਤਸਵੀਰਾਂ ਦੇ ਵਿੱਚ ਬਿਆਨ ਹੋ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਇੱਥੇ ਕੀ ਗੱਲਬਾਤ ਹੋਈ, ਕਿਉਂ ਹੱਥੋਂ ਪਾਈ ਹੋਈ ਔਰ ਕੀ ਇਸ ਝਗੜੇ ਦਾ ਜਾਂ ਇਸ ਲੜਾਈ ਦਾ ਪੂਰੇ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਹੈ ਕਿ ਨਹੀਂ ਹੈ, ਕੋਈ ਲਿੰਕ ਆਪਸ ਦੇ ਵਿੱਚ ਜੁੜਦਾ ਹੈ ਕਿ ਨਹੀਂ ਜੁੜਦਾ। ਤੇ ਦੂਜੇ ਪਾਸੇ ਜਿਹੜੇ ਮੁਲਜ਼ਮਾਂ ਦੇ ਵੱਲੋਂ ਘੜੀਸਿਆ ਗਿਆ ਗੱਡੀ ਦੇ ਨਾਲ, ਉਹ ਤਾਂ ਲਾਜ਼ਮੀ ਤੌਰ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਨੇ, ਕਿਉਂਕਿ ਲਗਾਤਾਰ ਇਹੀ ਜ਼ਿਕਰ ਹੋ ਰਿਹਾ ਕਿ ਜਦੋਂ ਕੋਈ ਗੱਡੀ ਦੇ ਹੇਠਾਂ ਕੋਈ ਚੀਜ਼ ਆਉਂਦੀ ਹੈ, ਛੋਟਾ ਜਿਹਾ ਪੱਥਰ ਵੀ ਆਵੇ, ਤਾਂ ਗੱਡੀ ਚਲਾਉਣ ਵਾਲੇ ਨੂੰ ਬਕਾਇਦਾ ਪਤਾ ਉਸੇ ਟਾਈਮ ਲੱਗਦਾ ਕਿ ਹਾਂ ਮੇਰੀ ਗੱਡੀ ਜਾਂ ਤਾਂ ਕਿਸੇ ਚੀਜ਼ ਦੇ ਨਾਲ ਟਕਰਾਈ ਹੈ ਜਾਂ ਫਿਰ ਗੱਡੀ ਦੇ ਵਿੱਚ ਕੋਈ ਚੀਜ਼ ਫਸੀ ਹੋਈ ਹੈ। ਤਾਂ ਇੱਕ ਇਨਸਾਨ ਫਸਿਆ ਹੋਇਆ ਸੀ ਗੱਡੀ ਦੇ ਹੇਠਾਂ ਔਰ ਪਤਾ ਨਹੀਂ ਲੱਗਿਆ, ਉਹ ਜ਼ਰੂਰ ਸਵਾਲਾਂ ਦੇ ਘੇਰੇ ਵਿੱਚ ਹੈ। इन्वेस्टिगेशन के दौरान एक आई विटनेस को ट्रेस किया है और उसकी को पुलिस इन्वेस्टिगेशन ज्वाइन करवाया है और 164 के बयान उसके दर्ज कराए गए हैं। जो 164 के बयान हैं वो पुलिस इन्वेस्टिगेशन के लिए काफ़ी हेल्पफुल हैं और जो झगड़े की बात है अभी कुछ और पहलू हैं जिनके ऊपर पुलिस फर्दर वेरिफिकेशन कर रही है। खैर ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਸੀਸੀਟੀਵੀ ਦੇ ਵਿੱਚ ਜੇਕਰ ਝਗੜਾ ਹੋ ਰਿਹਾ ਤਾਂ ਉਸ ਦੀ ਵਜ੍ਹਾ ਕੀ ਹੈ, ਪਰ ਇੱਕ ਪਰਿਵਾਰ ਦੇ ਵਿੱਚੋਂ ਇੱਕ ਜੀ ਚਲਾ ਗਿਆ। ਬਹੁਤ ਦਰਦਨਾਕ ਮੌਤ ਜਦੋਂ ਕਿਸੇ ਦੀ ਹੋਵੇ, 10-12 ਕਿਲੋਮੀਟਰ ਤੱਕ ਘੜੀਸਿਆ ਜਾਵੇ, ਫਿਰ ਫਰਕ ਤਾਂ ਪੈਂਦਾ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਸੰਦੀਪ ਸਿੰਘ, ਹਰਿਆਣਾ ਦੇ ਮੰਤਰੀ ਨੇ। ਸੰਦੀਪ ਸਿੰਘ ਵਿਵਾਦ ਦੇ ਵਿੱਚ ਜਾਂਚ ਤੇਜ਼ ਕੀਤੀ ਗਈ ਹੈ। ਹਰਿਆਣਾ ਦੇ ਖੇਡ ਮੰਤਰੀ ਵਿਵਾਦ ਦੇ ਵਿੱਚ ਜਾਂਚ ਤੇਜ਼ ਹੋਈ ਹੈ। ਚੰਡੀਗੜ੍ਹ ਪੁਲਿਸ ਸਾਹਮਣੇ ਮਹਿਲਾ ਕੋਚ ਪੇਸ਼ ਹੋਈ, ਕਿਉਂਕਿ ਚੰਡੀਗੜ੍ਹ ਦੇ ਵਿੱਚ ਇਸ ਮਹਿਲਾ ਕੋਚ ਦੇ ਵੱਲੋਂ ਹੀ ਬਿਆਨ ਦਰਜ ਕਰਵਾਏ ਗਏ ਨੇ, ਪਰਚਾ ਇੱਥੇ ਦਰਜ ਹੋਇਆ ਹੈ ਔਰ ਮਹਿਲਾ ਕੋਚ ਤੋਂ 6 ਘੰਟਿਆਂ ਤੱਕ ਪੁੱਛਗਿੱਛ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 26 ਦੇ ਥਾਣੇ ਦੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕਰੀਬ ਸਵੇਰੇ 11 ਵਜੇ ਥਾਣੇ ਦੇ ਵਿੱਚ ਮਹਿਲਾ ਕੋਚ ਪਹੁੰਚੀ ਸੀ। ਉਸ ਤੋਂ ਬਾਅਦ ਤੋਂ ਸਵਾਲ ਜਵਾਬ ਲਗਾਤਾਰ ਹੋ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇੱਕ ਜੂਨੀਅਰ ਮਹਿਲਾ ਕੋਚ ਦੇ ਵੱਲੋਂ ਹਰਿਆਣਾ ਦੇ ਖੇਡ ਮੰਤਰੀ, ਹੁਣ ਸਾਬਕਾ ਖੇਡ ਮੰਤਰੀ ਹੋ ਚੁੱਕੇ ਨੇ, ਸੰਦੀਪ ਸਿੰਘ ਦੇ ਉੱਤੇ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਸਨ। ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਪਰਚਾ ਦਰਜ ਕੀਤਾ। ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ ਸੀ। ਹੁਣ ਬਿਆਨ ਦਰਜ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਸੰਦੀਪ ਸਿੰਘ ਸਾਰੇ ਇਲਜ਼ਾਮਾਂ ਨੂੰ ਆਲਰੇਡੀ ਨਕਾਰ ਚੁੱਕੇ ਨੇ ਤੇ ਸਾਜ਼ਿਸ਼ ਕਰਾਰ ਦੇ ਚੁੱਕੇ ਨੇ। ਉਧਰ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਅਤੇ ਜੂਨੀਅਰ ਮਹਿਲਾ ਕੋਚ ਦੇ ਵਿਵਾਦ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਚੁੱਪੀ ਤੋੜੀ ਹੈ। ਪੂਰੇ ਵਿਵਾਦ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮਹਿਲਾ ਕੋਚ ਨੇ ਜੋ ਇਲਜ਼ਾਮ ਲਗਾਏ ਨੇ ਉਹਨਾਂ ਦੀ ਜਾਂਚ ਹੋਵੇਗੀ। ਇਲਜ਼ਾਮ ਲਗਾਉਣ ਦੇ ਨਾਲ ਕੋਈ ਦੋਸ਼ੀ ਸਾਬਤ नहीं होता। जहाँ तक आपने हमारे खेल मंत्री की बात कही है, ठीक है, महिला खिलाड़ी ने उनके ऊपर अनर्गल एक आरोप लगाया है, लेकिन आरोप लगाने से कोई व्यक्ति दोषी नहीं हो जाता है। उसकी आगे पुलिस छानबीन करती है, उसकी चंडीगढ़ पुलिस भी छानबीन कर रही है, हरियाणा पुलिस भी उसकी रिपोर्ट इकट्ठी कर रही है। जैसे रिपोर्ट आएगी उस हिसाब से आगे करेंगे, लेकिन उनसे हमने खेल विभाग के लिए जो उन्होंने एक प्रकार से अपने आप को दूर कर लिया है। जैसे उसकी इंक्वायरी की कोई रिपोर्ट आएगी उसके बाद आगे के सर है। ਮਨੋਹਰ ਲਾਲ ਨੇ ਨਾ ਜ਼ਰੂਰ ਕਿਹਾ ਕਿ ਮੰਤਰੀ ਨੂੰ ਖੇਡ ਵਿਭਾਗ ਤੋਂ ਹਟਾ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਰਿਆਣਾ ਪੁਲਿਸ ਦੀ ਟੀਮ ਵੀ ਤੱਥਾਂ ਨੂੰ ਪਤਾ ਲਗਾਉਣ 'ਚ ਲੱਗੀ ਹੈ। ਉਸ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਕਾਨੂੰਨ ਦੇ ਮੁਤਾਬਿਕ ਕਾਰਵਾਈ ਹੋਵੇਗੀ।
ਹੁਣ ਖਬਰ ਚੰਡੀਗੜ੍ਹ ਤੋਂ ਹੈ। ਚੰਡੀਗੜ੍ਹ ਦੇ ਵਿੱਚ ਜ਼ਿੰਦਾ ਬੰਬ ਜੋ ਮਿਲਿਆ ਸੀ ਉਸ ਨੂੰ ਡਿਫਿਊਜ਼ ਉਸ ਏਰੀਆ ਦੇ ਵਿੱਚ ਨਹੀਂ ਕੀਤਾ ਗਿਆ ਜਿੱਥੇ ਇਹ ਬੰਬ ਬਰਾਮਦ ਹੋਇਆ ਸੀ। ਰੋਬੋਟਿਕ ਜਾਂਚ ਤੋਂ ਬਾਅਦ ਆਰਮੀ ਬੰਬ ਨੂੰ ਆਪਣੇ ਨਾਲ ਲੈ ਗਈ। ਚੰਡੀਗੜ੍ਹ 'ਚ ਮੁੱਖ ਮੰਤਰੀ ਦੇ ਹੈਲੀਪੈਡ ਦੇ ਨੇੜੇ ਸੈਕਟਰ 2 ਦੇ ਰਾਜਿੰਦਰਾ ਪਾਰਕ ਦੇ ਵਿੱਚ ਅੰਬਾਂ ਦੇ ਬਾਗ ਦੇ ਵਿੱਚੋਂ ਮਿਲੇ ਬੰਬ ਨੂੰ ਡਿਫਿਊਜ਼ ਕਰਨ ਦੇ ਲਈ ਆਰਮੀ ਆਪਣੇ ਨਾਲ ਯੂਨਿਟ ਦੇ ਵਿੱਚ ਲੈ ਗਈ। ਆਰਮੀ ਇੱਥੇ ਸਵੇਰੇ ਪਹੁੰਚੀ ਸੀ ਜਿਸ ਤੋਂ ਬਾਅਦ ਬੰਬ ਦੀ ਰੋਬੋਟਿਕ ਜਾਂਚ ਕੀਤੀ ਗਈ। और कहीं दूसरी जगह डिफ्यूज करेंगे। पब्लिक सेफ्टी को मतलब रखते हुए कहीं पब्लिक अपने आर्मी है अपनी जगह पे अपना लेके जाएगी, ठीक है। नो 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 नॉट इन्वेस्टिगेशन इज नॉट रिक्वायर्ड। दे विल डिफ्यूज इट एंड डिस्ट्रॉय इट। And they will destroy it in their own unit? ऑन नो नॉट यूनिट इन ए सेफ प्लेस, इन सेफ प्लेस। ਪਹਿਲਾਂ ਬੰਬ ਨੂੰ ਬਾਗ ਦੇ ਵਿੱਚ ਡਿਫਿਊਜ਼ ਕਰਨ ਦਾ ਫੈਸਲਾ ਲਿਆ ਗਿਆ। ਬਾਅਦ ਦੇ ਵਿੱਚ ਆਰਮੀ ਦੇ ਅਫਸਰਾਂ ਨੇ ਫੈਸਲਾ ਬਦਲਦੇ ਹੋਏ ਤਕਨੀਕੀ ਕਾਰਨਾਂ ਦਾ ਹਵਾਲਾ ਦਿੱਤਾ ਅਤੇ ਬੰਬ ਨੂੰ ਸੁਰੱਖਿਅਤ ਤਰੀਕੇ ਨਾਲ ਜਿਪਸੀ ਦੇ ਵਿੱਚ ਲੈ ਕੇ ਚਲੇ ਗਏ। ਮੰਨਿਆ ਜਾ ਰਿਹਾ ਕਿ ਵੀਵੀਆਈਪੀ ਇਲਾਕਾ ਹੋਣ ਦੀ ਵਜ੍ਹਾ ਦੇ ਨਾਲ ਬੰਬ ਨੂੰ ਇੱਥੇ ਡਿਫਿਊਜ਼ ਕਰਨ ਦਾ ਫੈਸਲਾ ਬਦਲਿਆ ਗਿਆ ਕਿਉਂਕਿ ਇਸ ਥਾਂ ਦੇ ਆਲੇ ਦੁਆਲੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਦੀ ਸਰਕਾਰੀ ਰਿਹਾਇਸ਼ ਵੀ ਹੈ। ਖੈਰ ਜਦੋਂ ਮੁੱਖ ਮੰਤਰੀ ਦੇ ਹੈਲੀਪੈਡ ਤੋਂ ਥੋੜੀ ਦੂਰੀ ਦੇ ਉੱਤੇ ਬੰਬ ਬਰਾਮਦ ਕੀਤਾ ਜਾਵੇ, ਪੂਰੇ ਵੀਵੀਆਈਪੀ ਇਲਾਕੇ ਦੇ ਵਿੱਚ ਇਸ ਤਰੀਕੇ ਨਾਲ ਇਹ ਬੰਬ ਬਰਾਮਦ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਦੇ ਵਿੱਚ ਦੁਕਾਨਾਂ ਹਟਾਏ ਜਾਣ ਨੂੰ ਲੈ ਕੇ ਖੂਬ ਵਿਵਾਦ ਹੋਇਆ ਤੇ ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਨਵੀਂ ਬਣੀ ਹਰਿਆਣਾ ਦੀ ਗੁਰਦੁਆਰਾ ਕਮੇਟੀ ਜ਼ਬਰਦਸਤੀ ਉਹਨਾਂ ਦੀ ਦੁਕਾਨਾਂ ਹਟਾਉਣਾ ਚਾਹੁੰਦੀ ਹੈ। ਤੇ ਦੁਕਾਨਦਾਰ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਨਾਲ ਭਿੜ ਗਏ। ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਜੰਮ ਕੇ ਬਹਿਸਬਾਜ਼ੀ ਹੋਈ। ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਨਵੀਂ ਬਣੀ ਗੁਰਦੁਆਰਾ ਕਮੇਟੀ ਜ਼ਬਰਦਸਤੀ ਉਹਨਾਂ ਦੀ ਦੁਕਾਨਾਂ ਹਟਾਉਣਾ ਚਾਹੁੰਦੀ ਹੈ ਜਦਕਿ ਉਹ ਕਈ ਵਰਿਆਂ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਆਪਣਾ ਕਾਰੋਬਾਰ ਚਲਾ ਰਹੇ ਨੇ। कमेटी अभी बनी हुई है, इनको कोई राइट नहीं बना और जिनको कोई राइट ही नहीं है वो लोग आके यहाँ पे आके मैम लोगों को परेशान कर रहे, गुंडागर्दी कर रहे। अभी जब इनको राइट मिल जाएंगे तो लोगों को काट देंगे तो हफ्ता वसूली करने लग जाएंगे यहाँ पे आके। तो मेरी रिक्वेस्ट है जी इनके खिलाफ कोई कार्रवाई हो और ऐसे लोगों से सचेत रहे सरकार भी जिससे सरकार की बदनामी ना हो। उधर विवाद वादा देख पुलिस मौके ਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਹਾਲਾਂਕਿ ਇਸ ਮਾਮਲੇ 'ਚ ਹਰਿਆਣਾ ਕਮੇਟੀ ਦਾ ਪੱਖ ਸਾਹਮਣੇ ਫਿਲਹਾਲ ਨਹੀਂ ਆਇਆ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਰਿਆਣਾ ਦੇ ਨਾਲ ਹੀ ਜੁੜੀ ਹੋਈ ਹੈ, ਹਰਿਆਣਾ ਕਾਂਗਰਸ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵਾਰ ਫਿਰ ਤੋਂ ਨਵੀਂ ਬਗਾਵਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਕਿਰਨ ਚੌਧਰੀ ਨੇ ਬਾਗੀ ਤੇਵਰ ਦਿਖਾਏ ਨੇ। ਦਰਅਸਲ ਭਾਰਤ ਜੋੜੋ ਯਾਤਰਾ ਜਲਦੀ ਹਰਿਆਣਾ ਦੇ ਵਿੱਚ ਐਂਟਰ ਹੋਣ ਜਾ ਰਹੀ ਹੈ ਤੇ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੀ ਯਾਤਰਾ ਦੀ ਐਂਟਰੀ ਤੋਂ ਪਹਿਲਾਂ ਕਿਰਨ ਚੌਧਰੀ ਦੀ ਸਟੇਟਮੈਂਟ ਸਾਹਮਣੇ ਆਈ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਇੱਕ ਤਰਫਾ ਫੈਸਲੇ ਨਹੀਂ ਹੋਣ ਦੇਵਾਂਗੀ। ਉਹਨਾਂ ਨੇ ਕਿਹਾ ਕਿ ਇਕੱਠੇ ਨਹੀਂ ਚੱਲਾਂਗੇ ਤਾਂ ਖਾਮਿਆਜ਼ਾ ਫਿਰ ਭੁਗਤਣਾ ਹੋਵੇਗਾ। ਫਰਵਰੀ ਤੋਂ ਹਰਿਆਣਾ ਦਾ ਦੌਰਾ ਵੀ ਕਰਾਂਗੀ, ਇਹ ਵੀ ਕਿਰਨ ਚੌਧਰੀ ਦੇ ਵੱਲੋਂ ਕਿਹਾ ਗਿਆ। ਦਰਅਸਲ ਕਿਰਨ ਚੌਧਰੀ ਭਾਰਤ ਜੋੜੋ ਯਾਤਰਾ ਦੇ ਲਈ ਆਪਣੇ ਵਰਕਰਾਂ ਦੇ ਨਾਲ ਰੂਬਰੂ ਹੋ ਰਹੇ ਸਨ ਜਿਸ ਦੇ ਵਿੱਚ ਉਹਨਾਂ ਨੇ ਤੇਵਰ ਦਿਖਾਏ। ਦਿਲਚਸਪ ਇਹ ਵੀ ਸੀ ਕਿ ਇਸ ਦੌਰਾਨ ਜੋ ਪੋਸਟਰ ਉੱਥੇ ਲਗਾਇਆ ਗਿਆ ਸੀ ਉਸ ਦੇ ਵਿੱਚ ਨਾ ਤਾਂ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੇ ਭਾਨ ਦੀ ਤਸਵੀਰ ਸੀ ਅਤੇ ਨਾ ਹੀ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਦੀ। ਇਹ ਗੱਲ ਜਗ ਜ਼ਾਹਰ ਹੈ ਕਿ ਹੁੱਡਾ ਗੁੱਟ ਦੇ ਨਾਲ ਕਿਰਨ ਚੌਧਰੀ ਦੀ ਲੰਬੇ ਵੇਲੇ ਤੋਂ ਅਣਬਣ ਹੈ। ਇਹ ਹਰਿਆਣਾ ਕਾਂਗਰਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤੇ ਹੁਣ ਜਦੋਂ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਹੋ ਰਿਹਾ ਤਾਂ ਕਿ ਵਾਕਈ ਕਿਰਨ ਚੌਧਰੀ ਦੇ ਨਾਲ ਗੱਲਬਾਤ ਕੋਈ ਨਹੀਂ ਕੀਤੀ ਗਈ ਤੇ ਉਹਨਾਂ ਨੂੰ ਬਿਲਕੁਲ ਸਾਈਡਲਾਈਨ ਕਰ ਦਿੱਤਾ ਗਿਆ। ਇਸ ਤਰੀਕੇ ਦੇ ਉਹ ਆਪਣੇ ਬਿਆਨ ਦੇ ਜ਼ਰੀਏ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਭਾਰਤ ਜੋੜੋ ਯਾਤਰਾ ਦੇ ਵਿੱਚ ਕਿਰਨ ਚੌਧਰੀ ਨਜ਼ਰ ਨਹੀਂ ਆਉਣਗੇ ਜਾਂ ਫਿਰ ਆਉਣਗੇ। ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਇੱਕ ਵੱਡਾ ਸਵਾਲ ਜ਼ਰੂਰ ਹੈ। ਜਲਦੀ ਅਗਲੇ 2-3 ਦਿਨਾਂ ਦੇ ਵਿੱਚ ਜਿਹੜੀ ਭਾਰਤ ਜੋੜੋ ਯਾਤਰਾ ਹਰਿਆਣਾ ਦੇ ਵਿੱਚ ਐਂਟਰ ਕਰਨ ਜਾ ਰਹੀ। वाले टाइम में भी मैंने तो पूरा सारे लोग रिकॉर्ड भी कर रहे हैं और मैं तो प्रेस में भी कह चुकी हूँ कि भाई एक तरफा काम कोनी होने दो हरियाणा में कांग्रेस के अंदर। हमने साथ लेके चलोगे तो भाई आगे जो है सरकार लेके आओगे। क्यों भाई, सच्ची बात है या नहीं? और नहीं चलोगे भाई तो खामियाजा भुगतोगे। सच्ची बात है या नहीं? तुम्हारी लड़ाई लड़ रही हूँ और एक एक की लड़ाई में लड़ूंगी और याद रखना सक्षम हूं मैं ये लड़ाई लड़ने में। जब किसी चीज की परवाह नहीं होती, किसी चीज का लोभ लालच नहीं है, तुम जानते हो दोगे तो भाई चुटकार के लूंगी और सारा करूंगी, नहीं दोगे तो जयराम जी की अपने आराम से घर बैठूंगी। भाई थोड़ा सा मौसम ठीक होने दो, उसके बाद सारे कार्यकर्ताओं के साथ बैठ के मिलूंगी, सारी बातें सुनेंगे और फिर आगे। ਤਾਂ ਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਜਦੋਂ ਹਰਿਆਣਾ ਦੇ ਵਿੱਚੋਂ ਐਂਟਰ ਕਰੇਗੀ, ਇਹ ਦੂਜਾ ਗੇੜ ਹੋਏਗਾ ਹਰਿਆਣਾ ਦੇ ਵਿੱਚ ਐਂਟਰ ਕਰਨ ਦਾ, ਤਾਂ ਕਿ ਉਸ ਸਮੇਂ ਕਾਂਗਰਸ ਇਕਜੁੱਟ ਹਰਿਆਣਾ 'ਚ ਨਜ਼ਰ ਆਏਗੀ ਜਾਂ ਫਿਰ ਪੁਰਾਣੀ ਦਿੱਕਤ ਸਾਹਮਣੇ ਆ ਸਕਦੀ ਹੈ।
खैर अगली खबर का रुख करते हैं। साबका गैंगस्टर कुलबीर नरवाणा के साथी अजीज खान की भयानक सड़क हादसे के विच मौत हो गई। ਤੇ ਹਾਦਸਾ ਭਵਾਨੀਗੜ੍ਹ ਦੇ ਕਾਲਾਚਾਰ ਟੋਲ ਪਲਾਜ਼ਾ ਤੇ ਵਾਪਰਿਆ ਤੇ ਜਦੋਂ ਅਜ਼ੀਜ਼ ਖਾਨ ਦੀ ਗੱਡੀ ਟੋਲ ਪਲਾਜ਼ਾ ਤੇ ਪਹੁੰਚੀ ਤਾਂ ਟੋਲ ਲੇਨ ਤੇ ਲੱਗੀਆਂ ਬੱਤੀਆਂ ਬੰਦ ਹੋਣ ਕਾਰਨ ਲੇਨ ਦੇ ਵਿਚਾਲੇ ਬਣੇ ਡਿਵਾਈਡਰ ਪਿਲਰ ਦੇ ਨਾਲ ਟਕਰਾ ਗਈ, ਜਿਸ ਦੇ ਵਿੱਚ ਅਜ਼ੀਜ਼ ਖਾਨ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਗਨਮੈਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਤਾਂ ਇੱਥੇ ਜਿਹੜਾ ਹੈਗਾ ਹੈ ਵੀਆਈਪੀ ਲੇਨ ਹੈ, ਇਹ ਦੱਸਿਆ ਜਾ ਰਿਹਾ ਹੈ ਸੰਘਣੀ ਧੁੰਦ ਅਤੇ ਤੇਜ਼ ਰਫ਼ਤਾਰ ਕਰਕੇ ਜਿਹੜਾ ਹੈਗਾ ਆ ਜਿਹੜੀ ਗੱਡੀ ਹੈਗੀ ਆ ਉਹ ਵੀਆਈਪੀ ਲੇਨ ਤੋਂ ਗੁਜ਼ਰਨ ਦੀ ਬਜਾਏ ਜਿਹੜਾ ਹੈਗਾ ਇਸ ਡਿਵਾਈਡਰ ਤੇ ਜਾ ਵੱਜਦੀ ਹੈ। ਜਿਹੜੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਝੱਜਰ ਤੋਂ। ਝੱਜਰ ਦੇ ਪਿੰਡ ਮਹਿੰਦੀਪੁਰ ਡਾਬੋਦਾ ਦੇ ਵਿੱਚ ਇੱਕ ਬੈਗ ਦੇ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਤੇ ਬੱਚੇ ਦੀ ਉਮਰ 2 ਜਾਂ 3 ਦਿਨ ਦੀ ਦੱਸੀ ਜਾ ਰਹੀ ਹੈ। ਬੱਚੇ ਦੀ ਲਾਸ਼ ਨੂੰ ਬੈਗ ਦੇ ਵਿੱਚ ਪਾ ਕੇ ਗੱਡੀ ਦੇ ਬੋਨਟ ਦੇ ਉੱਤੇ ਰੱਖ ਦਿੱਤਾ ਗਿਆ ਤੇ ਗੱਡੀ ਨਰੇਸ਼ ਨਾਮ ਦੇ ਇੱਕ ਸ਼ਖਸ ਦੀ ਹੈ, ਜਿਸ ਨੂੰ ਸਵੇਰੇ ਬੋਨਟ ਦੇ ਉੱਤੇ ਰੱਖੇ ਬੈਗ ਦੇ ਵਿੱਚੋਂ ਇਹ ਲਾਸ਼ ਬਰਾਮਦ ਹੋਈ। ਹਾਲਾਂਕਿ ਇਹ ਲਾਸ਼ ਕਿਸਨੇ ਰੱਖੀ, ਇਹ ਸਸਪੈਂਸ ਬਣਿਆ ਹੋਇਆ है कि भैया एक नवजात बच्चा जो देखने से प्रतीत हो रहा है शायद कल का ही नवजात बच्चा है ये, और ये सूचना मिलने पर मैं मेरी टीम के साथ सदर थाना बहादुरगढ़ से गांव में आई हैं। ਲਾਸ਼ ਮਿਲਣ ਤੋਂ ਬਾਅਦ ਪਿੰਡ ਦੇ ਵਿੱਚ ਸਨਸਨੀ ਫੈਲ ਗਈ। ਪੂਰਾ ਪਿੰਡ ਨਰੇਸ਼ ਦੇ ਘਰ ਇਕੱਠਾ ਹੋਣ ਲੱਗਿਆ ਤੇ ਲਾਸ਼ ਦੀ ਇਤਲਾਹ ਪੁਲਿਸ ਨੂੰ ਵੀ ਦਿੱਤੀ ਗਈ, ਜਿਸ ਨੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ है। बाकी इसकी जांच की जा रही है भाई कौन रख के गया, आसपास के हॉस्पिटलों में पता किया जाएगा भाई कोई भी नवजात बच्चा जन्म लिया है या कोई ये बेचारा अनचा बच्चा है या कोई वैसे ही रख के गया है, अभी इसकी जांच चल रही है। ਕਿਸ ਦਾ ਸੀ 3 ਦਿਨ ਦਾ ਬੱਚਾ, ਕੌਣ ਰੱਖ ਗਿਆ ਹੈ ਲਾਸ਼ ਤੇ ਲਾਸ਼ ਰੱਖਣ ਦੇ ਲਈ ਉਸਨੇ ਪਿੰਡ ਅਤੇ ਘਰ ਦੇ ਬਾਹਰ ਰੱਖੀ ਗੱਡੀ ਨੂੰ ਹੀ ਕਿਉਂ ਚੁਣਿਆ? ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਅਬੋਹਰ ਤੋਂ ਕਿੰਨੂ ਲੈ ਕੇ ਜਾ ਰਹੇ ਇੱਕ ਟਰੱਕ ਦੇ ਨਾਲ ਜੁੜੀ ਖਬਰ ਹੈ। ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਲੋਕਾਂ ਨੇ ਕਿੰਨੂਆਂ ਦੇ ਨਾਲ ਟਰੱਕ ਦਾ ਸਮਾਨ ਤੱਕ ਵੀ ਚੋਰੀ ਕਰ ਲਿਆ ਤੇ ਹਾਦਸਾ ਬਿਹਾਰ 'ਚ ਵਾਪਰਿਆ ਜਦੋਂ ਟਰੱਕ ਇੱਕ 50 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਉੱਥੋਂ ਫਰਾਰ ਹੋ ਗਿਆ, ਪਰ ਜ਼ਖਮੀ ਟਰੱਕ ਮਾਲਕ ਨੂੰ ਕੁਝ ਵਿਅਕਤੀਆਂ ਨੇ ਹਸਪਤਾਲ ਪਹੁੰਚਾਇਆ ਤੇ ਜਦੋਂ ਟਰੱਕ ਮਾਲਕ ਸਵੇਰੇ ਵਾਪਸ ਆਇਆ ਤਾਂ ਉਸ ਵੇਲੇ ਤੱਕ ਲੋਕ ਕਿੰਨੂਆਂ ਸਣੇ ਟਰੱਕ ਦਾ ਬੈਟਰਾ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ। ਵੀਰ ਜੀ ਆਪਾਂ ਬੋਰ ਤੋਂ ਕਿੰਨੂਆਂ ਦੀ ਗੱਡੀ ਲੋਡ ਕਰਕੇ ਸਿਲੀਗੁੜੀ ਜਾਣ ਡੇ ਸੀ। ਰਾਹ ਦੇ ਵਿੱਚ ਸਾਡੇ ਨਾਲ ਇੱਕ ਘਟਨਾ ਵਾਪਰੀ ਆ। ਅਸੀਂ 10 ਵਜੇ ਬਿਹਾਰ ਬਾਰਡਰ ਪਾਰ ਕੀਤਾ ਵਾ ਤੇ ਕੋਈ 10 ਤੋਂ 11 ਵਜੇ ਦੇ ਵਿੱਚ ਸਾਡੇ ਨਾਲ ਘਟਨਾ ਵਾਪਰੀ ਆ। ਮੇਰਾ ਡਰਾਈਵਰ ਜੋ ਗੱਡੀ ਚਲਾਉਣ ਡਿਆ ਸੀ ਤੇ ਇੱਥੇ ਛੋਟੀ ਜਿਹੀ ਨਦੀ ਆਉਂਦੀ ਆ ਉਪਰਾ ਗੋਟੀ ਵਾਲੇ ਰੋਡ ਤੇ। ਟਰੱਕ ਮਾਲਕ ਨੇ ਹੁਣ ਦਾਨੀ ਸੱਜਣਾ ਤੋਂ ਮਦਦ ਦੀ ਅਪੀਲ ਕੀਤੀ ਹੈ। ਟਰੱਕ ਮਾਲਕ ਮੁਤਾਬਕ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਦੀ ਸਮਰੱਥਾ ਉਸ ਦੇ ਕੋਲ ਨਹੀਂ। ਮੈਨੂੰ ਦੋਵਾਂ ਬੰਦਿਆਂ ਨੇ ਰਾਤ ਗੱਡੀ 'ਚੋਂ ਕੱਢਿਆ, ਉਹਨਾਂ ਨੇ ਆਪਣੀ ਗੱਡੀ 'ਚ ਪਾ ਕੇ ਮੈਨੂੰ ਫੜਿਆ, ਮੈਨੂੰ ਦਵਾਈ ਆ ਤੇ ਬਾਕੀ ਸਵੇਰੇ ਇੱਥੇ ਜਦੋਂ ਮੈਂ ਆਇਆ ਆਣ ਕੇ ਵੇਖਿਆ ਵਾ ਜਿੰਨਾ ਗੱਡੀ ਦਾ ਸਮਾਨ ਆ, ਕੋਈ ਬੈਟਰੇ ਬੂਟਰੇ ਜੈਕ ਕੋਈ ਦੂਜਾ ਤੀਜਾ ਸਮਾਨ ਸਾਰਾ ਕੱਢ ਕੇ ਲੈ ਗਏ ਲੋਕ ਇੱਥੋਂ ਦੇ। ਤੇ ਅਜਿਹਾ ਹੀ ਹਾਦਸਾ ਕੁਝ ਸਮਾਂ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਵਾਪਰਿਆ ਸੀ, ਜਦੋਂ ਹਾਦਸੇ ਦਾ ਸ਼ਿਕਾਰ ਇੱਕ ਸੇਬਾਂ ਦੇ ਟਰੱਕ ਦੇ ਵਿੱਚੋਂ ਲੋਕਾਂ ਨੇ ਲੱਖਾਂ ਦੇ ਸੇਬ ਚੋਰੀ ਕਰ ਲਏ ਸਨ ਤੇ ਬਾਅਦ ਦੇ ਵਿੱਚ ਕੁਝ ਵਿਅਕਤੀਆਂ ਨੇ ਸੇਬਾਂ ਦੀ ਨੁਕਸਾਨ ਦੀ ਭਰਪਾਈ ਦੇ ਲਈ ਕਸ਼ਮੀਰ ਦੇ ਸੇਬ ਵਪਾਰੀ ਨੂੰ ਕਰੀਬ 9 ਲੱਖ ਰੁਪਏ ਦਾ ਚੈੱਕ ਦਿੱਤਾ ਸੀ। ਇੱਕ ਪਾਸੇ ਤਾਂ ਜਿਹੜੇ ਖੱਡ ਦੇ ਵਿੱਚ ਡਿੱਗਣ ਦੀ ਵਜ੍ਹਾ ਦੇ ਨਾਲ ਟਰੱਕ ਦਾ ਨੁਕਸਾਨ ਹੋਇਆ ਤੇ ਦੂਜੇ ਪਾਸੇ ਅਜਿਹੇ ਮੌਕੇ ਦੇ ਉੱਤੇ ਵੀ ਜਿਹੜੇ ਕਿੰਨੂ ਚੋਰੀ ਕਰਕੇ ਲੈ ਗਏ ਉਹਨਾਂ ਨੇ ਵੀ ਨੁਕਸਾਨ ਨੂੰ ਦੁੱਗਣਾ ਕਰ ਦਿੱਤਾ। ਹੁਣ ਅੱਗੇ ਵਧਦੇ ਤੇ ਖਬਰ ਹੈ ਲੁਧਿਆਣਾ ਤੋਂ। ਲੁਧਿਆਣਾ ਦੇ ਜਗਰਾਉਂ ਪੁਲ ਦੇ ਉੱਤੇ ਇੱਕ ਮਹਿਲਾ ਨੇ ਆਪਣੇ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮਹਿਲਾ ਹਰਿਆਣਾ ਦੇ ਨਰਵਾਣਾ ਦੀ ਰਹਿਣ ਵਾਲੀ ਹੈ, ਜੋ ਰੇਲਵੇ ਓਵਰ ਬ੍ਰਿਜ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਡਿਊਟੀ ਦੇ ਰਹੇ ਇੱਕ ਟ੍ਰੈਫਿਕ ਮੁਲਾਜ਼ਮ ਨੇ ਮਹਿਲਾ ਨੂੰ ਭੱਜ ਕੇ ਫੜ ਲਿਆ। ਮਹਿਲਾ ਮੁਤਾਬਕ ਉਸ ਦਾ ਪਤੀ ਕਿਸੇ ਹੋਰ ਮਹਿਲਾ ਦੇ ਨਾਲ ਰਹਿ ਰਿਹਾ ਹੈ। ਸਹੁਰੇ ਵਾਲੇ ਵੀ ਨਹੀਂ ਰੱਖਦੇ, ਉਹ ਵੀ ਧੱਕੇ ਮਾਰ ਕੇ ਕੱਢ ਦਿੰਦੇ ਹੈਗੇ ਆ। ਜਾਵਾਂ ਕਿੱਥੇ ਆ? ਕੀ ਕਹਿੰਦੇ? ਰੱਖਦੇ ਹੀ ਨਹੀਂ, ਬਾੜਦੇ ਨਹੀਂ ਮੈਨੂੰ। ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਹਰਿਆਣੇ ਤੋਂ। ਕਿਹੜੀ ਥਾਂ ਤੋਂ? ਨਰਵਾਣਾ ਤੋਂ। ਮੇਰਾ ਸਮਾਨ ਚਾਹੀਦਾ ਮੈਨੂੰ, ਇਨਸਾਫ ਤਾਂ ਮੈਨੂੰ ਰੱਖਣਾ ਚਾਹੁੰਦਾ ਤਾਂ ਦੱਸੋ, ਨਹੀਂ ਰੱਖਣਾ ਚਾਹੁੰਦਾ ਵੈਸੇ ਹੋਰ ਕੀ ਆ? ਰੱਖੇ ਤਾਂ ਸਰ ਮੈਂ ਤਾਂ ਬਸਾਉਣਾ ਚਾਹੁੰਦਾ। ਤੇ ਔਰਤ ਦੀ ਜਾਨ ਬਚਾਉਣ ਵਾਲੇ ਮੁਲਾਜ਼ਮ ਦੇ ਮੁਤਾਬਿਕ ਉਹਨਾਂ ਸੰਬੰਧਤ ਥਾਣੇ ਨੂੰ ਪੀੜਤ ਔਰਤ ਬਾਰੇ ਇਤਲਾਹ ਵੀ ਦਿੱਤੀ। ਹਾਲਾਂਕਿ ਮਹਿਲਾ ਦੇ ਘਰੋਂ ਫੋਨ ਕਰਨ ਤੋਂ ਬਾਅਦ ਵੀ ਕੋਈ ਨਹੀਂ ਆਇਆ।
ਮੈਡਮ ਬੜੀ ਫਾਸਟ ਜਾ ਰਹੇ ਸੀ ਤੇ ਮੇਰੀ ਨਿਗਾਹ ਵੀ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੈ ਤੇਜ਼ ਕੋ ਜਾ ਰਹੇ ਨੇ। ਉਹ ਉੱਥੇ ਅੱਗੇ ਜਾ ਕੇ ਫਿਰ ਡਿੱਗ ਗਏ ਮੈਂ ਇਹਨਾਂ ਨੂੰ ਫਿਰ ਜਾ ਕੇ ਠਾਇਆ ਤੇ ਮੈਂ ਪੁੱਛਿਆ ਮੈਡਮ ਕੀ ਗੱਲ ਹੋਈ ਕੋਈ ਗੱਲ ਕਹਿੰਦੇ ਜੀ ਮੈਂ ਰੇਲਵੇ ਲੈਣਾ ਛਾਲ ਮਾਰਨੀ ਸੁਸਾਈਡ ਕਰਨਾ। ਮੈਂ ਕਿਹਾ ਕੀ ਗੱਲ ਹੋਈ ਤੁਸੀਂ ਕਿਉਂ ਸੁਸਾਈਡ ਕਰਨਾ ਕੀ ਗੱਲ ਆ? ਕਹਿੰਦੇ ਜੀ ਮੇਰਾ ਘਰ ਵਾਲਾ ਹਸਬੈਂਡ ਮੈਨੂੰ ਮੂੰਹ ਕੁੱਟਦਾ ਮਾਰਦਾ ਮੈਂ ਰੇਲਵੇ ਲੈਣਾ ਛਾਲ ਮਾਰਨੀ ਆ। ਮਹਿਲਾ ਨੂੰ ਬਾਅਦ ਦੇ ਵਿੱਚ ਥਾਣੇ ਲਿਆਂਦਾ ਗਿਆ ਜਿੱਥੇ ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਾਰਵਾਈ ਦੀ ਗੱਲ ਕਹੀ ਹੈ। ਇਹਨਾਂ ਦਾ ਇਹ ਜਿਹੜੇ ਸੁਸਾਈਡ ਕਰਨ ਲੱਗੇ ਸੀ ਇਹਨਾਂ ਦਾ ਆਪਦੇ ਹਸਬੈਂਡ ਨਾਲ ਤੇ ਇਨ-ਲॉज ਨਾਲ ਡਿਸਪਿਊਟ ਚੱਲ ਰਿਹਾ। ਇਸ ਸੰਬੰਧੀ ਕੰਪਲੇਂਟ ਆਈ ਸੀ ਤੇ ਉਹਦੇ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਗਿਆ ਸੀ ਤਾਂ ਦੋਨਾਂ ਪਾਰਟੀਆਂ ਦੀ ਗੱਲ ਸੁਣ ਕੇ ਜੋ ਵੀ ਬਣਦੀ ਕਾਰਵਾਈ ਹੋਗੀ ਦੈਟ ਵਿਲ ਬੀ ਡਨ। ਹੁਣ ਨਾਓ ਸ਼ੀ ਇਜ਼ ਟੈਲਿੰਗ ਮੀ ਕਿ ਮਾਰਨਿੰਗ ਇਹਨਾਂ ਨੂੰ ਉਹਨੇ ਅਸੌਲਟ ਮਤਲਬ ਕੀਤਾ ਹੈ, ਹੱਥ ਤੇ ਇਹਨਾਂ ਦੇ ਇੰਜਰੀ ਹੋਈ ਹੈ। ਇਹਨਾਂ ਦਾ ਮੈਡੀਕਲ ਕਰਾ ਕੇ ਜੋ ਬਣਦੀ ਕਾਰਵਾਈ ਹੈ ਐਸ ਪਰ ਲਾਅ ਦੈਟ ਵਿਲ ਬੀ ਡਨ। ਤੇ ਮਹਿਲਾ ਦੇ ਕੋਲ ਇੱਕ 1.5 ਸਾਲ ਦਾ ਬੱਚਾ ਵੀ ਹੈ ਤੇ ਉਸ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਫਿਲਹਾਲ ਪੁਲਿਸ ਮਹਿਲਾ ਦੇ ਪਤੀ ਦੀ ਭਾਲ ਕਰ ਰਹੀ ਹੈ। ਅੱਗੇ ਵਧਦੇ ਤੇ ਖਬਰ ਲਵਾਂਗੇ ਗੜਸ਼ੰਕਰ ਤੋਂ। ਗੜਸ਼ੰਕਰ ਦੇ ਪਿੰਡ ਚੰਦੇਲੀ ਦੇ ਇੱਕ 28 ਸਾਲ ਦੇ ਨੌਜਵਾਨ ਦਾ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ। ਵਾਰਦਾਤ 31 ਦਸੰਬਰ ਦੀ ਰਾਤ ਕਰੀਬ 2:30 ਵਜੇ ਵਾਪਰੀ ਜਦੋਂ ਲੁੱਟ ਦੀ ਨੀਅਤ ਦੇ ਨਾਲ ਕੁਝ ਲੁਟੇਰਿਆਂ ਨੇ ਨੌਜਵਾਨ ਮੋਹਿਤ ਸ਼ਰਮਾ ਦਾ ਕਤਲ ਕਰਕੇ ਉਸ ਦੀ ਲਾਸ਼ ਗੱਡੀ ਦੇ ਵਿੱਚ ਹੀ ਛੱਡ ਦਿੱਤੀ। ਲੁਟੇਰੇ ਜਾਂਦੇ ਸਮੇਂ ਮੋਹਿਤ ਸ਼ਰਮਾ ਦੇ ਗਹਿਣੇ, ਮੋਬਾਈਲ, ਪਰਸ ਲੁੱਟ ਕੇ ਲੈ ਗਏ। ਕੈਨੇਡਾ 'ਚ ਹੁਣ ਭਾਜੀ ਪਤਾ ਕੁਛ ਨਹੀਂ ਹੈ ਵੀ ਲੁੱਟਾ ਖੋਹ ਵਾਲਿਆਂ ਨੇ ਕਰਤਾ ਕੰਮ ਜੇ ਕਿਹਾ ਉਹਦੇ ਗਹਿਣੇ, ਪਰਸ, ਮੋਬਾਈਲ ਸਭ ਕੁਝ ਲੈ ਗਏ। ਉਹਨੂੰ ਯਾਰ ਜੋ ਉਹਦੀ ਗੱਡੀ ਖੜੀ ਕਰਕੇ ਤਾਂ ਵਿੱਚ ਪਿਛਲੀ ਸੀਟ 'ਤੇ ਲੰਮਾ ਪਾ ਕੇ ਛੱਡ ਕੇ ਚਲੇ ਗਏ। ਪਰਿਵਾਰ ਨੇ ਹੁਣ ਕੇਂਦਰ ਸਰਕਾਰ ਤੋਂ ਨੌਜਵਾਨ ਦੀ ਲਾਸ਼ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਹਾਲਾਂਕਿ ਕਤਲ ਦੇ ਵਿੱਚ ਕੌਣ-ਕੌਣ ਸ਼ਾਮਲ ਸੀ ਇਸ ਬਾਰੇ ਵੀ ਪਰਿਵਾਰ ਜਾਂਚ ਦੀ ਮੰਗ ਕਰ ਰਿਹਾ ਹੈ। ਔਰ ਪਰਿਵਾਰ ਵੱਲੋਂ ਵੀ ਔਰ ਮੈਂ ਵੀ ਕੇਂਦਰ ਸਰਕਾਰ ਨੂੰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਦੇ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਆ ਉਹਨਾਂ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਲਿਆਵਾਂਗੇ ਔਰ ਇਸ ਪਰਿਵਾਰ ਦੀ ਜੋ ਵੀ ਮਦਦ ਹੋਊਗੀ ਉਹ ਕੀਤੀ ਜਾਵੇਗੀ। ਮਾਪਿਆਂ ਦਾ ਇਕਲੌਤਾ ਬੇਟਾ ਮੋਹਿਤ ਸ਼ਰਮਾ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਉੱਥੇ ਹੀ ਪੱਕਾ ਹੋ ਗਿਆ ਤੇ ਕਤਲ ਦੀ ਜਾਣਕਾਰੀ ਮੋਹਿਤ ਦੇ ਚਚੇਰੇ ਭਰਾ ਨੇ ਪਰਿਵਾਰ ਨੂੰ ਦਿੱਤੀ ਜੋ ਹਾਲੇ ਨਵੇਂ ਸਾਲ ਮੌਕੇ ਹੀ ਕੈਨੇਡਾ ਗਿਆ ਸੀ।